Hello everyone. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਅੱਜ ਸਵੇਰੇ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਸ ਦੇ ਵਿੱਚ ਕਿਹੜੇ ਐਲਾਨ ਕੀਤੇ ਗਏ ਨੇ ਤੇ ਜਾਣਕਾਰੀ ਦਿੱਤੀ ਗਈ ਹੈ ਉਸ ਦੇ ਬਾਰੇ ਦੱਸਾਂਗੇ। ਜਸਟਿਨ ਟਰੂਡੋ ਨੇ ਅੱਜ ਦੀ ਕਾਨਫਰੰਸ ਦੀ ਸ਼ੁਰੂਆਤ ਇਹ ਕਹਿੰਦੇ ਹੋਏ ਕੀਤੀ ਕਿ ਜੇਕਰ ਕੈਨੇਡਾ ਵਾਸੀ ਇਸ ਸਮੇਂ ਦੇ ਹਾਲਾਤ ਤੋਂ ਥੱਕ ਤੇ ਅੱਕ ਚੁੱਕੇ ਨੇ ਤਾਂ ਇਸ ਗੱਲ ਨੂੰ ਸਮਝਿਆ ਜਾ ਸਕਦਾ ਹੈ। ਆਖਰੀ 12 ਮਹੀਨੇ ਕਾਫੀ ਮੁਸ਼ਕਲ ਸਨ। ਹੋ ਸਕਦਾ ਹੈ ਕਈਆਂ ਦੇ ਬੱਚੇ ਕਿਚਨ ਟੇਬਲ ਤੋਂ ਸਕੂਲ ਦੀ ਪੜ੍ਹਾਈ ਕਰ ਰਹੇ ਹੋਣ, ਕਈਆਂ ਦੇ ਮਾਪੇ ਸੀਨੀਅਰ ਹੋਮ ਦੇ ਵਿੱਚ ਹੋਣ ਜਾਂ ਕਈਆਂ ਦੇ ਬਿਜ਼ਨਸ ਮੌਕੇ ਦੇ ਹਾਲਾਤ ਕਰਕੇ ਆਰਜ਼ੀ ਤੌਰ ਤੇ ਬੰਦ ਹੋ ਗਏ। ਜਿਨ੍ਹਾਂ ਕਿਹਾ ਕਿ ਕੋਈ ਵੀ ਇਹ ਉਮੀਦ ਤਾਂ ਨਹੀਂ ਰੱਖਦਾ ਕਿ ਇਹ ਮਹਾਮਾਰੀ ਇੱਕੋ ਰਾਤ ਵਿੱਚ ਖਤਮ ਹੋ ਜਾਵੇ, ਪਰ ਕੈਨੇਡਾ ਵਾਸੀ ਇਹ ਉਮੀਦ ਜ਼ਰੂਰ ਰੱਖਦੇ ਨੇ ਕਿ ਚੀਜ਼ਾਂ ਥੋੜੀਆਂ ਸੌਖੀਆਂ ਹੋ ਜਾਣ ਤੇ ਹਾਲਾਤ ਸੁਧਰਨ ਦੇ ਲੱਛਣ ਦਿਖਾਈ ਦੇਣ ਲੱਗਣ। ਇਸ ਸਮੇਂ ਕਰੀਬ 3 ਹਫ਼ਤੇ ਹੋ ਗਏ ਨੇ ਕਿ ਕੈਨੇਡਾ ਵਿੱਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਰੋਜ਼ ਦੇ ਹਿਸਾਬ ਦੇ ਨਾਲ ਹੇਠ ਆਉਣ ਲੱਗ ਪਈ ਹੈ। ਇਹ ਉਸ ਕਰਕੇ ਸੰਭਵ ਹੋ ਸਕਿਆ ਜੋ ਲੋਕਾਂ ਨੇ ਚੋਣ ਕੀਤੀ ਕਿ ਇੱਕ ਦੂਜੇ ਨੂੰ ਸੁਰੱਖਿਅਤ ਰੱਖਣ ਦੇ ਲਈ ਕਦਮ ਚੁੱਕੇ। ਦੇਸ਼ ਭਰ ਵਿੱਚ ਲੋਕ ਸਹੀ ਕਰਨ ਦੇ ਲਈ ਸਾਹਮਣੇ ਆ ਰਹੇ ਨੇ। ਜਿਹੜੇ ਵੀ ਟੀਕਾ ਲਗਵਾਉਣਾ ਚਾਹੁੰਦੇ ਨੇ ਉਹਨਾਂ ਸਭ ਦੇ ਸਤੰਬਰ ਮਹੀਨੇ ਤੱਕ ਟੀਕੇ ਲੱਗਣ ਦਾ ਟੀਚਾ ਰੱਖਿਆ ਗਿਆ ਹੈ। ਪ੍ਰਸੀਜ਼ਨ ਨੈਨੋ ਸਿਸਟਮ ਤੇ ਨੋਵਾਵੈਕਸ ਹੁਣ ਕੈਨੇਡਾ ਵਿੱਚ ਟੀਕੇ ਤਿਆਰ ਕਰਨਗੇ, ਜੋ ਕਿ ਕੈਨੇਡਾ ਵਾਸੀਆਂ ਦੇ ਲਈ ਉਹਨਾਂ ਦੇ ਹੀ ਦੇਸ਼ ਵਿੱਚ ਟੀਕੇ ਤਿਆਰ ਕਰਨ ਦੇ ਲਈ ਅਹਿਮ ਕਦਮ ਹੈ। ਹੈਲਥ ਕੈਨੇਡਾ ਤੋਂ ਮਨਜ਼ੂਰੀ ਮਿਲਦੇ ਹੀ ਨੋਵਾਵੈਕਸ ਵੱਲੋਂ ਮੌਂਟਰੀਅਲ ਦੇ ਵਿੱਚ ਟੀਕਿਆਂ ਦੀ ਪ੍ਰੋਡਕਸ਼ਨ ਲੱਖਾਂ ਦੀ ਗਿਣਤੀ ਦੇ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ। ਕਾਲੇ ਭਾਈਚਾਰੇ ਦੇ ਲਈ ਵੀ ਬੋਲਦੇ ਹੋਏ ਅੱਜ ਉਹਨਾਂ ਦੇ ਕੈਨੇਡਾ ਵਿੱਚ ਯੋਗਦਾਨ ਦਾ ਜ਼ਿਕਰ ਕੀਤਾ ਪ੍ਰਧਾਨ ਮੰਤਰੀ ਨੇ, ਤੇ ਨਾਲ ਹੀ ਇਸ ਗੱਲ ਦਾ ਅਫਸੋਸ ਵੀ ਜਤਾਇਆ ਕਿ ਕਾਲੇ ਭਾਈਚਾਰੇ ਨੂੰ ਕੈਨੇਡਾ ਵਿੱਚ ਵੀ ਕਈ ਵਾਰ ਨਸਲੀ ਭੇਦਭਾਵ ਵਰਗੇ ਵਤੀਰੇ ਦਾ ਸਾਹਮਣਾ ਕਰਨਾ ਪੈਂਦਾ, ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਫੋਨ ਉੱਤੇ ਗੱਲਬਾਤ ਹੋਈ ਸੀ। ਇਸ ਦਾ ਜ਼ਿਕਰ ਵੀ ਉਹਨਾਂ ਨੇ ਕੀਤਾ, ਜਿਨ੍ਹਾਂ ਕਿਹਾ ਕਿ ਦੋਵਾਂ ਦਰਮਿਆਨ ਜੋ ਗੱਲਬਾਤ ਹੋਈ ਉਸ ਦੇ ਵਿੱਚ ਮੁੱਖ ਮੁੱਦੇ ਇਹ ਸਨ ਕਿ ਜੋ ਕੋਵਿਡ-19 ਦੀ ਮਹਾਮਾਰੀ ਹੈ ਉਸ ਦੇ ਖਿਲਾਫ ਲੜਾਈ, ਇਸ ਦੌਰਾਨ ਵਧੀਆ ਨੌਕਰੀਆਂ ਲਿਆਉਣੀਆਂ, ਕਲਾਈਮੇਟ ਚੇਂਜ ਨਾਲ ਸੰਬੰਧਿਤ ਗੱਲਬਾਤ ਤੇ ਕੈਨੇਡਾ ਅਮਰੀਕਾ ਦਰਮਿਆਨ ਵਪਾਰਕ ਰਿਸ਼ਤਿਆਂ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤੇ ਜਾਣ ਸੰਬੰਧੀ ਵੀ ਚਰਚਾ ਹੋਈ। ਇਹਨਾਂ ਵੱਖੋ ਵੱਖਰੇ ਮੁੱਖ ਮੁੱਦਿਆਂ ਦੇ ਉੱਤੇ ਗੱਲਬਾਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਦਰਮਿਆਨ ਹੋਈ। ਇੱਥੇ ਜ਼ਿਕਰਯੋਗ ਹੈ ਕਿ ਜਦੋਂ ਤੋਂ ਕਮਲਾ ਹੈਰਿਸ ਉਪ ਰਾਸ਼ਟਰਪਤੀ ਬਣੇ ਨੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਉਹਨਾਂ ਦੀ ਫੋਨ ਦੇ ਉੱਤੇ ਪਹਿਲੀ ਵਾਰ ਗੱਲਬਾਤ ਹੋਈ ਹੈ। Not only are days in quarantine repeating themselves, but we're also wondering just how long this winter is going to last. If you're tired and overwhelmed, that's understandable. The past 12 months have been really hard. Maybe your kids are doing school from the kitchen table, or your parents are in a senior's home, or your business has had to close temporarily, perhaps repeatedly. No one expects this pandemic to end overnight, but you're probably looking for signs that things will get just a little bit easier. Well, this weekend, we passed an important milestone. It's now been 3 weeks with COVID-19 cases consistently falling across the country. This is because of the choices people have made to keep each other safe. It's because across the country, people are stepping up to do the right thing. Your actions are making a difference, but we can't let our guard down now. Doubling down is how we'll see even fewer people get sick and how we'll save lives. But remember, this is for now. This is not forever. We're very much on track to get everyone who wants a vaccine vaccinated by September. We won't rest until every Canadian who wants a vaccine has received one. Now, this is no small task, and we knew there would be some hurdles along the way with unpredictability and increased demand for production. That's why we created a smart, proactive plan on vaccines and vaccine rollout. It's why we secured as many options as possible with hundreds of millions of doses from companies around the world. And it's why we invested in vaccine development and manufacturing here at home. And on that front, I have good news to share. 2 companies, Precision Nanosystems and Novavax, are now on track to manufacture vaccines right here in Canada. This is a major step forward to get vaccines made in Canada for Canadians. To begin with, we've signed a memorandum of understanding with Novavax to produce their COVID-19 vaccines at the new NRC Royalmount facility in Montreal. Pending Health Canada approval, tens of millions of Novavax COVID-19 doses will be made right here at home. We need as much domestic capacity for vaccine production as possible. That's why we've already invested $46 million in the vaccine development facility at the University of Saskatchewan's Vaccine and Infectious Disease Organization. The good news we've just heard
is that Vido Intervac now projects they will be able to produce up to 40 million doses annually. We are investing in Canada's biomanufacturing sector for today and for the long term. Vaccines work. They are safe and effective. When it's my turn, I'll be ready to roll up my sleeve and get my doses. These vaccines save lives, so I hope you'll join me. As part of our rollout plan, we're investing $64 million to make sure you know when and where to get vaccinated, the many safety measures in place, and why it's such a good idea to get your shot. No one who wants a vaccine will be left behind. No community will miss out. Just yesterday, the Canadian Rangers and members of the Canadian Armed Forces began working alongside Orange in Ontario. They are currently supporting vaccinations in the first 8 of 32 priority communities of the Anishinaabe Nation. In many cases, these rangers are helping out in their own communities to ensure that everyone has the support they need. No matter where you are, if you want a vaccine, we'll make sure you get one. On vaccines, on treatments, on testing, our top priority is making sure you and your family get through this crisis. But we can't do this alone. So when you wear a mask, when you keep your distance, when you stay at home, when you avoid gatherings, you're helping to save lives. So keep it up. We have to stay strong a little longer, but I know we're all up to the challenge. After all, the story of Canada is of people who never gave up, who never stop striving for a better tomorrow. That's something I was reminded of yesterday when I was at a virtual event with the first Black NHLer, Willie O'Ree, and some of the many young people he has inspired. From coast to coast to coast, Black Canadians have shaped our country. The reality is, though, that their stories are far too often ones of hard-won victories through adversity. The difficult truth is this: anti-Black racism, systemic discrimination, and unconscious bias still exist in Canada. And that has to change. As we rebuild from this pandemic, this is our time to act. This is our time to end injustices and inequalities and create a better, stronger country for everyone. Before I wrap it up for today, I want to give everyone a quick update on our work with the new American administration. Yesterday, I had a very productive call with Vice President Harris. We discussed shared priorities on everything from fighting this pandemic and creating good jobs to addressing climate change and strengthening our trading relationship. Canadians and Americans have long stood together, not just as neighbors and allies, but as friends. I'm looking forward to working with both Vice President Harris and President Biden as we tackle these challenges and opportunities. Merci beaucoup.